ਇਕ ਮਨ ਪੁਰਖ ਧਿਆਏ ਬਰਦਾਤਾ। ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵਾਂ। ਤਉ ਪਰਮ ਗੁਰੂ ਨਾਨਕ ਗੁਣ ਗਾਵਾਂ। ਗੁਣ ਗਾਵਤ ਮਨ ਹੋਏ ਬਿਗਾਸਾ। ਸਤਿਗੁਰ ਪੂਰ ਜਨਹਿ ਕੀ ਆਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰਹਿਮਤਾਂ ਦੇ ਸਾਗਰ ਗੱਦੀ ਤੇ ਬਿਰਾਜਮਾਨ, ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ ਅੰਤਰ ਜਾਮੀ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੇ ਜਾਪ ਸਰਵਣ ਕੀਤੇ, ਕਿਉਂਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸਤਿਗੁਰਾਂ ਦਾ ਸਭ ਤੋਂ ਵੱਡੀ ਇੱਕ ਦਾਤ ਸਾਨੂੰ ਦਿੱਤੀ ਹੈ ਅੰਮ੍ਰਿਤ ਵੇਲੇ ਦੀ, ਕਿਉਂਕਿ ਸਮੇਂ ਤੋਂ ਹੀ ਜਿੰਨੇ ਵੀ ਰਿਸ਼ੀ ਮੁਨੀ ਗੁਰੂ ਸਾਹਿਬ ਗੁਰੂ ਸਿੱਖ ਹੋਏ ਨੇ, ਉਹਨਾਂ ਨੇ ਅੰਮ੍ਰਿਤ ਵੇਲੇ ਨੂੰ ਜ਼ਿਆਦਾ ਮਹੱਤਵ ਦਿੱਤਾ ਹੈ। ਅੰਮ੍ਰਿਤ ਵੇਲੇ ਜਦੋਂ ਮਨੁੱਖ ਸਿਮਰਨ ਕਰਦਾ ਹੈ, ਜਿਹੜੀ ਲਿਵ ਹੈ ਸੁਰਤੀ ਹੈ ਉਹ ਛੇਤੀ ਲੱਗਦੀ ਹੈ। ਕਈ ਮਹਾਂਪੁਰਖ ਵੀ ਅੰਮ੍ਰਿਤ ਵੇਲੇ ਦੀ ਗੱਲ ਦੱਸਦੇ ਨੇ। ਉਹ ਕਹਿੰਦੇ ਅੰਮ੍ਰਿਤ ਵੇਲਾ ਜਿਹੜਾ ਹੈ 12 ਵਜੇ ਤੋਂ ਰਾਤ ਤੋਂ ਸ਼ੁਰੂ ਹੋ ਜਾਂਦਾ ਹੈ। 4 ਪਹਿਰ ਨੇ ਅੰਮ੍ਰਿਤ ਵੇਲੇ ਦੇ, ਭਾਵ ਕਿ 4 ਵਜੇ ਤਾਈਂ ਅੰਮ੍ਰਿਤ ਵੇਲਾ ਜਿਹੜਾ ਹੈ, ਅਤੇ 4 ਵਜੇ ਤੋਂ ਬਾਅਦ ਕਹਿੰਦੇ ਕਿ ਦਿਨ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਤੇ ਉਹ ਦੱਸਦੇ ਨੇ ਜਿੰਨੇ ਵੀ ਭਗਤ ਮਹਾਂਪੁਰਖ, ਉਹਨਾਂ ਰਾਤ ਨੂੰ ਉੱਠਣਾ 12, 12:30, 1 ਵਜੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ। ਉਹ ਦੱਸਦੇ ਹੁੰਦੇ ਨੇ ਕਿ ਜਿਹੜਾ ਸੱਚਖੰਡ ਦਾ ਦਰਵਾਜ਼ਾ ਹੈ, ਸੱਚਖੰਡ ਵਸੈ ਨਿਰੰਕਾਰ, ਜਿੱਥੇ ਉਹ ਆਪ ਅਕਾਲ ਪੁਰਖ ਵਸਦਾ ਹੈ, ਕਹਿੰਦੇ ਉਹ ਦਰਵਾਜ਼ਾ 12 ਵਜੇ ਖੁੱਲ੍ਹ ਜਾਂਦਾ ਹੈ। ਕਿਉਂਕਿ ਜਿਨ੍ਹਾਂ ਦੀ ਸੁਰਤੀ ਸੱਚਖੰਡ ਵਿੱਚ ਚਲੇ ਜਾਂਦੀ ਹੈ, ਉਹ ਹੀ ਇਹ ਗੱਲ ਦੱਸ ਸਕਦੇ ਨੇ। ਕਹਿੰਦੇ ਉਹ 12 ਵਜੇ ਦਰਵਾਜ਼ਾ ਖੁੱਲ੍ਹਦਾ ਹੈ। ਹੌਲੀ ਹੌਲੀ ਜਦੋਂ 1 ਵੱਜ ਗਿਆ, 2 ਵੱਜ ਗਏ, ਕਹਿੰਦੇ ਇੱਕ ਇੱਕ ਦਰਵਾਜ਼ਾ ਜਿਹੜਾ ਉਹ ਬੰਦ ਹੁੰਦਾ ਜਾਂਦਾ ਹੈ। ਜਦੋਂ ਕਹਿੰਦੇ 4 ਵੱਜਦੇ ਨੇ, 4:30 ਦਾ ਟਾਈਮ ਹੋ ਜਾਂਦਾ ਹੈ, ਕਹਿੰਦੇ ਚਾਰੇ ਹੀ ਦਰਵਾਜ਼ੇ ਉਹ ਬੰਦ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਨੇ ਅੰਮ੍ਰਿਤ ਵੇਲੇ ਨੂੰ ਜ਼ਿਆਦਾ ਮਹੱਤਵ ਦਿੱਤਾ। ਜਦੋਂ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ ਜਾਂ ਵਾਹਿਗੁਰੂ ਦਾ ਸਿਮਰਨ ਕਰਦਾ, ਉਹਦੀ ਜਿਹੜੀ ਆਵਾਜ਼ ਹੈ ਉਹ ਸੱਚਖੰਡ ਵਿੱਚ ਜਾਂਦੀ ਹੈ। ਫਿਰ ਜਦੋਂ ਸੱਚਖੰਡ ਵਿੱਚ ਉਹ ਆਵਾਜ਼ ਜਾਂਦੀ ਹੈ ਤੇ ਉਸ ਮਨੁੱਖ 'ਤੇ ਛੇਤੀ, ਜਿਹੜੀ ਕਹਿੰਦੇ ਕਿ ਛੇਤੀ ਕਿਰਪਾ ਹੋ ਜਾਂਦੀ ਹੈ। ਆਓ ਸਤਿਗੁਰਾਂ ਨੇ ਕਿਰਪਾ ਕੀਤੀ, ਜੋ ਆਪਾਂ ਹਰ ਰੋਜ਼ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ, ਸ੍ਰੀ ਜਪਜੀ ਸਾਹਿਬ ਦੀ ਪਹਿਲੀ ਬਾਣੀ। ਕੱਲ੍ਹ ਆਪਾਂ ਬੰਦੀ ਛੋੜ ਦਿਵਸ ਦਾ ਇਤਿਹਾਸ ਸਰਵਣ ਕੀਤਾ ਸੀ। ਸਤਿਗੁਰਾਂ ਨੇ ਕਿਰਪਾ ਕੀਤੀ,
ਅੱਜ ਦੀ ਜੋ ਵਿਚਾਰ ਹੈ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਪੁੱਛਿਆ, ਇਹ ਝੂਠ ਦੀ ਜਿਹੜੀ ਕੰਧ ਹੈ, ਸਾਡੇ ਅੰਦਰ ਕਰਮ ਕਾਂਡ ਜਿਹੜੇ ਵੜੇ ਹੋਏ ਨੇ, ਭਾਵ ਕਿ ਇਸ ਚੀਜ਼ ਨੂੰ ਮਨ ਨੇ ਪਕੜ ਕਰ ਲਿਆ ਹੈ, ਇਹ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ ਹੁਣ? ਤੇ ਸਤਿਗੁਰੂ ਜੀ ਕਹਿੰਦੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਫਿਰ ਸਤਿਗੁਰੂ ਜੀ ਕਹਿੰਦੇ, ਗੁਰਸਿੱਖ ਨੂੰ ਹੁਕਮ ਕਿਹੜਾ ਹੈ? ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਇਹ ਹੁਕਮ ਹੈ ਪਹਿਲਾ। ਸਤਿਗੁਰੂ ਜੀ ਕਹਿੰਦੇ, ਜਿਹੜਾ ਮਨੁੱਖ ਨਾਮ ਜਪਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ ਨਾ, ਕਹਿੰਦੇ ਉਹਦੇ ਅੰਦਰ ਦੇ ਸਾਰੇ ਹੀ ਜਿਹੜੇ ਵਿਸ਼ੇ ਵਿਕਾਰ, ਮੋਹ, ਸਭ ਕੁਝ ਖਤਮ ਹੋ ਜਾਂਦਾ ਹੈ। ਕਿਉਂਕਿ ਸਿੱਧ ਜਿਹੜੇ ਸਨ, ਉਹ ਆਪਣਾ ਜ਼ੋਰ ਲਾ ਕੇ ਇਸ ਚੀਜ਼ ਨੂੰ ਖਤਮ ਕਰਦੇ ਸਨ। ਕਾਮ ਨੂੰ ਖਤਮ ਕਰਨਾ ਜ਼ੋਰ ਲਾ ਕੇ, ਉਮਰ ਉਹਨਾਂ ਨੇ ਵਧਾਉਣੀ ਜ਼ੋਰ ਲਾ ਕੇ, ਤਪ ਕਰਨਾ, ਹਠੇ ਭਾਵ ਕਿ ਹਠ ਕਰਨਾ, ਤੇ ਉਹ ਚੀਜ਼ ਤੋਂ ਸਤਿਗੁਰਾਂ ਨੇ ਵਰਜਿਤ ਕੀਤਾ ਹੈ, ਰੋਕਿਆ ਹੈ। ਕਹਿੰਦੇ ਇਹ ਸਭ ਕਰਮ ਕਾਂਡ ਹੈ। ਜਿਵੇਂ ਹਿੰਦੂ ਧਰਮ ਦੇ ਵਿੱਚ ਵਰਤ ਰੱਖਿਆ ਜਾਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਵਰਤ ਹੈ ਇਹ ਕਰਮ ਕਾਂਡ ਹੈ। ਜਿਵੇਂ ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆ ਭਾਰ। ਭਾਵ ਕਿ ਤੂੰ ਵਰਤ ਰੱਖਦਾ ਹੈ। ਵਰਤ ਰੱਖਣ ਦਾ ਮਤਲਬ ਤੇਰਾ ਪ੍ਰਸ਼ਾਦੇ ਦੇ ਵਿੱਚ, ਫਲਾਂ ਫਰੂਟਾਂ ਦੇ ਵਿੱਚ ਇੱਕੇ ਵਾਰੀ ਤੂੰ ਇਕੱਠਾ ਕਰ ਲੈਣਾ ਹੈ ਕਿ ਸ਼ਾਮ ਨੂੰ ਫਿਰ ਇਕੱਠਾ ਹੀ ਖਾਂਦਾ ਹੈ। ਕਹਿੰਦੇ ਉਹ ਤੇਰਾ ਵਰਤ ਰੱਖਿਆ ਹੋਇਆ ਕੀ ਕਰੇਗਾ? ਮੈਂ ਜਿਹੜੇ ਵਰਤ ਰੱਖਦੇ ਸੀ, ਮੈਂ ਪੁੱਛਿਆ ਇਹਦਾ ਵਰਤ ਦਾ ਮਤਲਬ ਕੀ ਹੈ? ਕਹਿੰਦੇ ਕਿ ਸੁਹਾਗਣ ਵਰਤ ਰੱਖਦੀ ਹੈ ਆਪਣੀ ਪਤੀ ਦੇ ਉਮਰ ਵਾਸਤੇ, ਕਿ ਉਮਰ ਲੰਮੀ ਹੋਵੇ। ਕਿਉਂਕਿ ਹਰੇਕ ਨੂੰ ਹੈ ਕਿ ਮੇਰਾ ਪਤੀ ਸਹੀ ਸਲਾਮਤ ਰਵੇ, ਕੰਮ ਕਾਰ ਕਰੇ। ਪਰ ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਕਦੇ ਵੀ ਉਮਰ ਨਹੀਂ ਵੱਧ ਸਕਦੀ। ਜਿਤਨੇ ਪ੍ਰਮਾਤਮਾ ਨੇ ਸਵਾਸ ਦੇ ਦਿੱਤੇ ਉਤਨੇ ਹੀ ਚੱਲਣਗੇ। ਹਾਂ, ਜਿੰਨੇ ਸਵਾਸ ਵਧਾਉਣੇ ਨੇ, ਕਹਿੰਦੇ ਆਪਣੇ ਪਤੀ ਵਾਸਤੇ ਸਿਮਰਨ ਕਰ ਉਸ ਦਿਨ, ਨਾਮ ਜਪ ਉਹਦੇ ਵਾਸਤੇ। ਭੁੱਖੇ ਰਹਿਣ ਦੇ ਨਾਲੋਂ ਉਹਦੇ ਵਾਸਤੇ ਮੂਲ ਮੰਤਰ ਦਾ ਜਾਪ ਕਰ, ਉਹਦੇ ਵਾਸਤੇ ਸੁਖਮਨੀ ਸਾਹਿਬ ਦਾ ਜਾਪ ਕਰ। ਉਹ ਜਿਹੜਾ ਜਾਪ ਹੈ, ਉਹ ਜਾਪ ਕੀਤਾ ਹੋਇਆ ਉਹਦੀ ਉਮਰ ਵਧਾਏਗਾ, ਉਹਦੇ 'ਤੇ ਕਿਰਪਾ ਹੋਏਗੀ। ਫਿਰ ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਜੀ ਦੇ ਕੋਲੇ ਵੀ ਬਹੁਤ ਇੱਦਾਂ ਦੇ ਲੋਕ ਆਉਂਦੇ ਸਨ। ਸਤਿਗੁਰਾਂ ਨੇ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਕਿਹਾ, ਛੋੜਹਿ ਅੰਨ ਕਰਹਿ ਪਖੰਡ। ਕਹਿੰਦੇ ਤੇਰਾ ਅੰਨ ਛੱਡਿਆ ਹੋਇਆ ਕੀ ਕਰੇਗਾ? ਸ਼ਾਮ ਉਹ ਅੰਨ ਦੇ ਵਿੱਚ, ਪਦਾਰਥ ਦੇ ਵਿੱਚ ਤੇਰਾ ਧਿਆਨ ਹੈ ਕਿ ਸ਼ਾਮ ਨੂੰ ਮੈਂ ਰੱਜ ਕੇ ਖਾਣਾ ਹੈ। ਕਹਿੰਦੇ ਪਖੰਡ ਹੈ। ਨਾ ਉਹ ਸੁਹਾਗਨ, ਨਾ ਉਹ ਰੰਡ। ਕਿੱਡੀ ਵੱਡੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਹ ਲਿਖੀ ਹੈ। ਤੇ ਉਹ ਸਿੱਧ ਜਿਹੜੇ ਸਨ, ਹਠ ਕਰਦੇ ਸਨ, ਤਾਂ ਸਤਿਗੁਰਾਂ ਨੇ ਉਸ ਹਠ ਦਾ ਜਿਹੜਾ, ਕਹਿੰਦੇ ਜਿਹੜਾ ਹਠ ਕਰਕੇ ਜਾਂ ਧੂਣੀਆਂ ਤਪਾ ਕੇ ਜਾਂ ਪਾਣੀ ਦੇ ਵਿੱਚ ਖਲੋ ਕੇ ਜੇ ਪਰਮਾਤਮਾ ਮਿਲਦਾ ਹੁੰਦਾ ਤਾਂ ਡੱਡੂ ਤੇ ਸਦਾ ਹੀ ਪਾਣੀ ਦੇ ਵਿੱਚ ਰਹਿੰਦੇ ਨੇ। ਇਹ ਸਾਰੀਆਂ ਗੱਲਾਂ ਸਤਿਗੁਰਾਂ ਨੇ ਬਾਣੀ ਦੇ ਵਿੱਚ ਜਦੋਂ ਉਚਾਰੀਆਂ ਤਾਂ ਸਤਿਗੁਰਾਂ ਨੇ ਕਿਹਾ, ਗੁਰਸਿੱਖਾਂ ਨੂੰ ਜੀਵਨ ਬਖਸ਼ਿਆ, ਸਿੱਖੀ ਦੇ ਰਸਤੇ 'ਤੇ, ਪਰਮਾਤਮਾ ਦੇ ਰਸਤੇ 'ਤੇ ਮਨੁੱਖ ਨੂੰ ਤੋਰਿਆ। ਤਾਂ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਭਾਵ ਕਿ ਇਸ਼ਨਾਨ ਕਰਨਾ ਕਰਮ ਕਾਂਡ ਨਹੀਂ ਹੈ, ਭਾਵ ਕਿ ਪਾਣੀ ਦੇ ਵਿੱਚ ਖਲੋ ਕੇ ਹਠ ਕਰਨਾ, ਇਹਨੂੰ ਕਰਮ ਕਾਂਡ ਸਤਿਗੁਰਾਂ ਨੇ ਕਿਹਾ ਹੈ। ਤਾਂ ਕਹਿੰਦੇ ਨਿਤ ਨਿਤ ਮੇਂਢਕ ਨਹਾਵੈ।
ਕਹਿੰਦੇ ਜੇ ਪਾਣੀ ਦੇ ਵਿੱਚ ਖਲੋਤਿਆਂ ਪ੍ਰਭੂ ਦੀ ਪ੍ਰਾਪਤੀ ਹੋਵੇ, ਡੱਡੂ ਤਾਂ ਸਦਾ ਹੀ ਪਾਣੀ ਦੇ ਵਿੱਚ ਰਹਿੰਦਾ ਤੇ ਉਹਨੂੰ ਕਿਉਂ ਨਹੀਂ ਪਰਮਾਤਮਾ ਪ੍ਰਾਪਤ ਹੋ ਸਕਿਆ। ਤਾਂ ਸਤਿਗੁਰਾਂ ਨੇ ਇਹ ਚੀਜ਼ ਦਾ, ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ। ਖੰਡਨ ਕਰਕੇ ਤੇ ਗੁਰਮਤਿ ਦੇ ਰਸਤੇ, ਗੁਰਮਤਿ ਦਾ ਭਾਵ ਗੁਰੂ ਦੀ ਮੱਤ ਜੋ ਹੈ ਉਹ ਧਾਰਨ ਕਰਨ ਵਾਸਤੇ ਸਤਿਗੁਰਾਂ ਨੇ ਕਿਹਾ। ਫਿਰ ਉਹਨਾਂ ਨੇ ਸਿੱਧਾਂ ਨੇ ਜਦੋਂ ਪੁੱਛਿਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਉਹਦਾ ਫਿਰ ਹੁਕਮ ਕਿੱਡਾ ਵੱਡਾ ਹੈ, ਉਹਦਾ ਹੁਕਮ ਕਿੱਥੇ ਕਿੱਥੇ ਚੱਲਦਾ ਹੈ, ਉਹਦੇ ਹੁਕਮ ਦੇ ਮੰਨਣ ਦੇ ਨਾਲ ਕੀ ਕੁਛ ਹੁੰਦਾ ਹੈ, ਉਹਦੇ ਹੁਕਮ ਦੇ ਵਿੱਚ ਰਹਿਣ ਵਾਸਤੇ ਕਿੱਦਾਂ ਰਿਹਾ ਜਾ ਸਕਦਾ ਹੈ, ਉਹਦਾ ਹੁਕਮ ਕਿਹੋ ਜਿਹਾ ਹੈ। ਇਸ ਤਰ੍ਹਾਂ ਅਗਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਦੂਸਰੀ ਪੌੜੀ ਦੇ ਵਿੱਚ ਸਮਝਾਉਂਦੇ ਹਨ। ਇਸ ਪੌੜੀ ਦੀ ਜਿਹੜੀ ਸਮਾਪਤੀ ਹੋ ਚੁੱਕੀ ਹੈ ਅਤੇ ਇਸ ਪੌੜੀ ਦੇ 102 ਅੱਖਰ ਨੇ। ਜਿਹੜੀ ਸੋਚੈ ਸੋਚ ਨਾ ਹੋਵਈ ਪੌੜੀ ਦੇ 102 ਅੱਖਰ ਨੇ, ਸਤਿਗੁਰਾਂ ਨੇ ਇਹਦੀ ਵਿਚਾਰ ਕਰਾਈ। ਆਓ ਅਗਲੀ ਕਿਵੇਂ ਹੁਣ ਪੁੱਛਦੇ ਨੇ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਣ ਕਹਿੰਦੇ ਸਿੱਧਾਂ ਨੇ ਜਦੋਂ ਸਵਾਲ ਕੀਤਾ ਕਿ ਉਹ ਜਿਹੜਾ ਪ੍ਰਮਾਤਮਾ ਹੈ, ਜੇ ਪਾਣੀ ਦੇ ਵਿੱਚ ਖਲੋਤਿਆਂ ਨਹੀਂ ਮਿਲਦਾ, ਧੂਣੀ ਧਪਾਇਆ ਨਹੀਂ ਮਿਲਦਾ, ਜ਼ਿਆਦਾ ਗਿਆਨ ਇਕੱਠਾ ਕੀਤਾ ਜਾਂ ਵੇਦ ਸ਼ਾਸਤਰਾਂ ਨੂੰ ਪੜ੍ਹ ਕੇ ਸਿਆਣਪ ਦੇ ਨਾਲ ਨਹੀਂ ਮਿਲਦਾ, ਤੇ ਉਹ ਫਿਰ ਮਿਲਦਾ ਕਿੱਦਾਂ ਹੈ, ਉਹਦਾ ਹੁਕਮ ਫਿਰ ਕਿਹੋ ਜਿਹਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਕਹਿੰਦੇ ਜਿਹੜਾ ਉਹ ਪਰਮਾਤਮਾ ਦਾ ਹੁਕਮ ਹੈ ਉਹ ਸਾਰਿਆਂ ਦੇ ਉੱਤੇ ਉਹਦਾ ਚੱਲ ਰਿਹਾ ਹੈ। ਹੁਕਮੀ ਹੋਵਨ ਆਕਾਰ, ਆਕਾਰ ਭਾਵ ਕਿ ਵਿਸ਼ਨੂੰ, ਬ੍ਰਹਮਾ, ਸ਼ਿਵ ਜੀ। ਐੜੇ ਦਾ ਮਤਲਬ ਕਹਿੰਦੇ ਵਿਸ਼ਨੂੰ, ਤੇ ਕੱਕੇ ਦਾ ਕਹਿੰਦੇ ਬ੍ਰਹਮਾ, ਤੇ ਰਾਰੇ ਦਾ ਮਤਲਬ ਕਹਿੰਦੇ ਸ਼ਿਵ ਜੀ। ਕਹਿੰਦੇ ਇਹਨਾਂ ਦੇ ਉੱਤੇ ਵੀ ਉਹਦਾ ਹੁਕਮ ਚੱਲਦਾ ਹੈ। ਜੇ ਕਹੀਏ ਕਿ ਉਹ ਹੁਕਮ ਤੋਂ ਬਾਹਰ ਨੇ, ਕਹਿੰਦੇ ਨਹੀਂ, ਉਹਨਾਂ ਦੇ ਉੱਤੇ ਵੀ ਉਹਦਾ ਹੁਕਮ ਚੱਲਦਾ ਹੈ। ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ, ਇਹ ਧਰਤੀ, ਪਤਾਲ, ਆਕਾਸ਼, ਉਹਦਾ ਕਹਿੰਦੇ ਸਾਰਿਆਂ ਦੇ ਉੱਤੇ ਹੀ ਹੁਕਮ ਚੱਲਦਾ ਹੈ। ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੇ ਹੁਕਮ ਨੂੰ ਕਹਿਆ ਨਹੀਂ ਜਾ ਸਕਦਾ, ਕਥਨ ਨਹੀਂ ਕੀਤਾ ਜਾ ਸਕਦਾ। ਉਹਦਾ ਹੁਕਮ ਕਿੱਡਾ ਕੁ ਵੱਡਾ ਹੈ। ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ। ਕਹਿੰਦੇ ਉਹਦੇ ਹੁਕਮ ਦੇ ਨਾਲ ਹੀ ਮਨੁੱਖ ਪੈਦਾ ਹੁੰਦਾ ਹੈ, ਜੀਵ ਜੰਤੂ ਪੈਦੇ ਹੁੰਦੇ ਨੇ। ਕਹਿੰਦੇ ਜਦੋਂ ਮਨੁੱਖ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਹਦਾ ਹੁਕਮ ਹੀ ਚੱਲਦਾ ਹੈ। ਉਹਦੇ ਹੁਕਮ ਦੇ ਨਾਲ ਹੀ ਉਹ ਸਰੀਰ ਬਣਦਾ ਹੈ, ਉਹਦੇ ਹੁਕਮ ਦੇ ਨਾਲ ਹੀ ਉਹ ਜਿਹੜੀ ਆਤਮਾ ਹੈ ਵਿੱਚ ਪ੍ਰਗਟ ਹੁੰਦੀ ਹੈ, ਉਹਦੇ ਹੁਕਮ ਦੇ ਨਾਲ ਹੀ ਮਨੁੱਖ ਫਿਰ ਉਹ ਪੈਦਾ ਹੁੰਦਾ ਹੈ। ਕਹਿੰਦੇ ਉਹਦਾ ਹੁਕਮ ਚੱਲਦਾ ਹੈ। ਹੁਕਮ ਮਿਲੈ ਵਡਿਆਈ। ਕਹਿੰਦੇ ਕਿਸੇ ਨੂੰ ਵਡਿਆਈ ਦਿੰਦਾ ਹੈ ਤੇ ਉਹਦੇ ਹੁਕਮ ਦੇ ਵਿੱਚ ਹੀ ਵਡਿਆਈ ਮਿਲਦੀ ਹੈ। ਜੇ ਉਹਦਾ ਹੁਕਮ ਹੈ, ਉਹਦੇ ਹੁਕਮ ਦੇ ਵਿੱਚ ਰਹਿ ਕੇ ਹੀ ਮਨੁੱਖ ਨੂੰ ਵਡਿਆਈ, ਸਿਫਤ ਸਲਾਹ ਉਹਦੇ ਹੁਕਮ ਦੇ ਵਿੱਚ ਰਹਿ ਕੇ ਹੀ ਮਿਲਦੀ ਹੈ। ਫਿਰ ਸਤਿਗੁਰੂ ਜੀ ਕਹਿੰਦੇ ਹੁਕਮੀ ਉੱਤਮ ਨੀਚ ਹੁਕਮ ਨਾ ਕਹਿਆ ਜਾਈ। ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਉੱਤਮ ਤੇ ਨੀਚ, ਭਾਵ ਕਿ ਨੀਚ ਮਨੁੱਖ ਜਿਹੜੇ ਕਰਮ ਮਾੜੇ ਕਰਦੇ ਨੇ ਜਾਂ ਨੀਚ ਜਾਤ ਵਾਲੇ ਕਿਹਾ ਜਾਂਦਾ ਹੈ। ਕਹਿੰਦੇ ਉੱਤਮ ਜਾਤਾਂ ਵਾਲੇ ਜਾਂ ਉੱਤਮ ਕਰਮ ਕਰਨ ਵਾਲੇ, ਕਿਉਂਕਿ ਸਤਿਗੁਰਾਂ ਨੇ ਜਾਤਾਂ ਤੇ ਪਾਤਾਂ ਜਿਹੜੀਆਂ ਸਾਰੀਆਂ ਖਤਮ ਕਰ ਦਿੱਤੀਆਂ। ਨੀਚ ਕਰਮ ਕਰਨ ਦੇ ਨਾਲ ਹੀ ਮਨੁੱਖ ਦੇ ਜਿਹੜੇ ਗੁਣ ਪ੍ਰਗਟ ਹੁੰਦੇ ਨੇ, ਤੇ ਉੱਤਮ ਕਰਮ ਕਰਨ ਦੇ ਨਾਲ ਹੀ ਮਨੁੱਖ ਦੇ ਉੱਤਮ ਜਿਹੜੇ ਗੁਣ ਉਹ ਪ੍ਰਗਟ ਹੁੰਦੇ ਨੇ। ਇਹ ਸਮੇਂ ਸਮੇਂ ਅਨੁਸਾਰ ਜਿਵੇਂ ਧਰਤੀ ਤੇ ਧਰਤੀ ਪੈਦਾ ਹੋਈ, ਮਨੁੱਖ ਪੈਦਾ ਹੋਇਆ, ਗਾਂਹ ਗਾਂਹ ਬ੍ਰਾਹਮਣ ਆਏ, ਉਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਕਰਮਾਂ ਕਾਂਡਾਂ ਦੇ ਵਿੱਚ ਪਾ ਦਿੱਤਾ ਕਿ ਇਹ ਸ਼ੂਦਰ ਹੈ, ਇਹ ਵੈਸ਼ ਹੈ, ਇਹ ਮਨੁੱਖ ਇੱਦਾਂ ਹੈ, ਇਹ ਬ੍ਰਾਹਮਣ ਹੈ। ਕਹਿੰਦੇ ਉਹਨਾਂ ਨੇ ਇਹ ਜਿਹੜੀਆਂ ਜਾਤਾਂ ਪਾਤਾਂ ਬਣਾ ਕੇ ਉਹ ਨਾਂ ਰੱਖੇ ਗਏ ਮਨੁੱਖਾਂ ਦੇ। ਜਿਹੋ ਜਿਹਾ ਮਨੁੱਖ ਕਰਮ ਕਰਦਾ ਸੀ ਉਹੋ ਜਿਹਾ ਨਾਮ ਉਹਦਾ ਪਾ ਦਿੱਤਾ ਜਾਂਦਾ ਸੀ।
ਉੱਥੋਂ ਇਹ ਜਾਤਾਂ ਚੱਲੀਆਂ। ਮਨੁੱਖ ਦੀ ਕੋਈ ਵੀ ਜਾਤ ਨਹੀਂ ਹੈ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਕਿਉਂਕਿ ਦਸਵੇਂ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨੁੱਖ ਹੈ ਇਹਦੀ ਜਾਤ ਇੱਕ ਹੀ ਹੈ ਕਿ ਰੱਬ ਨੂੰ ਮਿਲਣ ਵਾਸਤੇ। ਇਹ ਜਾਤਾਂ ਕਿਵੇਂ ਚੱਲੀਆਂ? ਕੋਈ ਭਾਵ ਕਿ ਕਿਸੇ ਦੇ ਘਰੇ ਕੰਮ ਕਰਦਾ ਤੇ ਜਿਵੇਂ ਝਾੜੂ ਮਾਰਨਾ, ਭਾਂਡੇ ਧੋਣੇ, ਉਹਨੂੰ ਵੈਸ਼ ਕਹਿ ਦਿੱਤਾ। ਜਿਹੜਾ ਭਾਵ ਕਿ ਉਹਨਾਂ ਦੇ ਬੱਚੇ ਪਾਲਦਾ, ਕਹਿੰਦੇ ਉਹਨੂੰ ਵੈਸ਼ ਸ਼ੂਦਰ ਕਹਿ ਦਿੱਤਾ। ਇਸ ਤਰ੍ਹਾਂ ਵੱਖਰੇ ਵੱਖਰੇ ਨਾਮ ਰੱਖੇ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਧਰਤੀ 'ਤੇ ਆਏ, ਸਾਡੇ 'ਤੇ ਕਿਰਪਾ ਕੀਤੀ। ਇਹ ਚੀਜ਼ਾਂ ਖਤਮ ਕਿਵੇਂ ਕੀਤੀਆਂ? ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਰਾਜੇ ਸਨ ਉਹ ਭਾਵ ਕਿ ਨਾ ਝਾੜੂ ਮਾਰਦੇ ਸਨ, ਨਾ ਕੋਈ ਇਹੋ ਜਿਹਾ ਕੋਈ ਕਿਰਿਆ ਕਰਮ ਕਰਦੇ ਸਨ। ਉਹ ਜਿਵੇਂ ਛੋਟੇ ਮਨੁੱਖ, ਜਿਵੇਂ ਆਪਾਂ ਵੱਡੇ ਵੱਡੇ ਪਠਾਨ ਹੋਏ ਨੇ, ਕਹਿੰਦੇ ਉਹ ਆਪਣੇ ਕੋਲੋਂ ਕੰਮ ਕਰਾਉਂਦੇ ਸਨ। ਨੀਵੀਆਂ ਜਾਤਾਂ ਦੇ ਲੋਕ ਨੇ, ਇਹ ਝਾੜੂ ਮਾਰਨਗੇ, ਸਾਡੇ ਘਰ ਦੀ ਸਫਾਈ ਕਰਨਗੇ। ਕਹਿੰਦੇ ਇਸ ਤਰ੍ਹਾਂ ਰੱਖਿਆ ਜਾਂਦਾ ਸੀ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਏ ਧਰਤੀ ਦੇ ਉੱਤੇ, ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਕਰ ਦਿੱਤਾ। ਕਿਵੇਂ ਕਿ ਜਦੋਂ ਆਪਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆਉਂਦੇ ਹਾਂ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਛੋਟਾ ਹੈ, ਸਾਰੇ ਹੀ ਝਾੜੂ ਬਰਦਾਰ ਹਨ। ਸਾਰੇ ਝਾੜੂ ਮਾਰਦੇ ਨੇ, ਸਾਰੇ ਹੀ ਜੋੜੇ ਝਾੜਦੇ ਨੇ। ਉਹ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਿਹੜੀ ਸਾਰੀ ਜਾਤ ਪਾਤ ਮੈਂ ਇੱਥੇ ਹੀ ਖਤਮ ਕਰ ਦੇਣੀ ਹੈ। ਕਹਿੰਦੇ ਫਿਰ ਲੰਗਰ ਵਰਤਾਉਣ ਦੀ ਮਰਿਆਦਾ ਸਤਿਗੁਰਾਂ ਨੇ ਤੋਰੀ। ਇਹਦੇ ਵਿੱਚ ਸਾਰਾ ਕੁਝ ਖਤਮ ਕਰ ਦਿੱਤਾ। ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵਾ ਹੈ, ਜੇ ਕੋਈ ਸੇਵਾ ਕਰੇਗਾ ਗੁਰੂ ਘਰ ਦੇ ਵਿੱਚ, ਉਹਦੀ ਹੀ ਪ੍ਰਵਾਨਗੀ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਉਹ ਜਾਤਾਂ ਪਾਤਾਂ ਖਤਮ ਕਰਕੇ ਇਸ ਘਰ ਦੇ ਵਿੱਚ ਝਾੜੂ ਮਾਰਨ ਵਾਲਾ ਵੀ ਇੱਕੋ ਜਿਹਾ ਹੈ, ਜੋੜੇ ਝਾੜਨ ਵਾਲਾ ਵੀ ਇੱਕੋ ਜਿਹਾ ਹੈ, ਗੁਰਬਾਣੀ ਪੜ੍ਹਨ ਵਾਲਾ ਵੀ ਇੱਕੋ ਜਿਹਾ ਹੈ। ਭਾਵ ਕਿ ਉਹ ਬ੍ਰਾਹਮਣ ਜਿਹੜੇ ਸਨ, ਵੇਦ ਸ਼ਾਸਤਰ ਪੜ੍ਹਦੇ ਸਨ, ਉਹ ਆਪਣੇ ਆਪ ਨੂੰ ਉੱਚਾ ਸਮਝਦੇ ਸਨ। ਜਿਹੜੇ ਝਾੜੂ ਮਾਰਦੇ ਸਨ, ਸਫਾਈਆਂ ਕਰਦੇ ਸਨ, ਉਹਨਾਂ ਨੂੰ ਨੀਵਾਂ ਉਹ ਕਹਿੰਦੇ ਸਨ। ਉਹਨਾਂ ਦੇ ਲਾਗੋਂ ਵੀ ਉਹ ਨਹੀਂ ਲੰਘਦੇ ਸਨ। ਤਾਂ ਸਤਿਗੁਰਾਂ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਅਤੇ ਤਾਂ ਕਰਕੇ ਕਹਿੰਦੇ ਕਿ ਉਹਨਾਂ ਨੇ ਸਾਨੂੰ ਝਾੜੂ ਬਖਸ਼ਿਆ, ਜੋੜਿਆਂ ਦੀ ਸੇਵਾ ਬਖਸ਼ੀ ਅਤੇ ਲੰਗਰਾਂ ਦੀ ਸੇਵਾ ਬਖਸ਼ੀ, ਬਾਣੀ ਪੜ੍ਹਨ ਦੀ ਸੇਵਾ ਬਖਸ਼ੀ, ਕਥਾ ਕਰਨ ਦੀ, ਵਿਚਾਰਨ ਦੀ, ਸੁਣਨ ਦੀ, ਇਹ ਸਾਰੀ ਸੇਵਾ ਬਖਸ਼ ਦਿੱਤੀ। ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵਾਂ ਹੈ, ਅਤੇ ਸਤਿਗੁਰਾਂ ਨੇ ਸਾਰਿਆਂ 'ਤੇ ਕਿਰਪਾ ਕੀਤੀ। ਸ਼ੂਦਰ ਵੈਸ ਭਾਵ ਕਿ ਚਹੁੰ ਉਪਦੇਸ਼ ਚਹੁੰ ਜਾਨਾ ਕੋ ਸਾਂਝਾ। ਕਹਿੰਦੇ ਸਾਂਝਾ ਹੀ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ। ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਕੇ ਨਾਮ ਦੇ ਨਾਲ ਜੋੜਿਆ ਹੈ। ਕਹਿੰਦੇ ਉਸ ਸਮੇਂ ਦੇ ਵਿੱਚ ਜਿਹੜਾ ਸ਼ੂਦਰ ਜਾਂ ਵੈਸ ਸੀਗਾ, ਇਹ ਨਾਮ ਨਹੀਂ ਜਪ ਸਕਦਾ ਸੀਗਾ। ਜੇ ਸ਼ੂਦਰ ਜਾਂ ਵੈਸ਼ ਨਾਮ ਜਪਦਾ ਸੀ, ਦੇ ਨਾਮ ਉਹ ਸੁਣ ਵੀ ਲੈਂਦਾ ਸੀ, ਕਹਿੰਦੇ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਗਰਮ ਕਰਕੇ ਪਾ ਦਿੰਦੇ ਸਨ ਕਿ ਇਹਨੇ ਨਾਮ ਸੁਣਿਆ ਹੈ, ਇਹਦੇ ਕੰਨ ਜਿਹੜੇ ਬੋਲੇ ਕਰ ਦਿੱਤੇ ਜਾਣ, ਇਹ ਨਾਮ ਕਿਉਂ ਸੁਣਿਆ ਹੈ। ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ। ਇਹ ਨਾਮ ਦੀ ਦਾਤ ਜਿਹੜੀ ਸਾਨੂੰ ਬਖਸ਼ੀ ਉਹਨਾਂ ਨੇ, ਭਾਵ ਕਿ ਸਾਰਿਆਂ ਨੂੰ ਇੱਕੋ ਜਿਹਾ ਨਾਮ ਬਖਸ਼ ਦਿੱਤਾ। ਭਾਵੇਂ ਕੋਈ ਨੀਵਾਂ ਹੈ, ਭਾਵੇਂ ਕੋਈ ਉੱਚਾ ਹੈ, ਇਹ ਨਾਮ ਜਪਣਗੇ ਤਾਂ ਹੀ ਕਲਿਆਣ ਹੋਵੇਗੀ। ਇਤਿਹਾਸ ਦੇ ਵਿੱਚ ਆਉਂਦਾ ਹੈ, ਰਮਾਇਣ ਦੇ ਵਿੱਚ ਇਹ ਲਿਖਿਆ ਹੋਇਆ ਹੈ, ਕਹਿੰਦੇ ਕਿ ਜਦੋਂ ਭਗਵਾਨ ਰਾਮ ਚੰਦਰ ਜੀ ਇਸ ਧਰਤੀ 'ਤੇ ਆਏ, 14 ਸਾਲ ਦਾ ਜਦੋਂ ਬਨਵਾਸ ਕਰਕੇ ਕੱਟ ਕੇ ਵਾਪਸ ਆਏ ਸਨ, ਜਦੋਂ ਰਾਜ ਗੱਦੀ 'ਤੇ ਉਹ ਬੈਠੇ, ਕਹਿੰਦੇ ਉਹਨਾਂ ਨੇ ਪ੍ਰਣ ਕੀਤਾ ਸੀਗਾ। ਉਹਨਾਂ ਇਹ ਪ੍ਰਣ ਕੀਤਾ ਸੀ, ਜਿੰਨਾ ਚਿਰ ਮੇਰਾ ਰਾਜ ਰਹੇਗਾ, ਜਿੰਨਾ ਚਿਰ ਮੈਂ ਤਖਤ 'ਤੇ ਬੈਠਾ ਹਾਂ, ਉਹਨਾਂ ਚਿਰ ਇਸ ਧਰਤੀ 'ਤੇ ਕੋਈ ਵੀ ਮਰੇਗਾ ਨਹੀਂ। ਇਹ ਪ੍ਰਣ ਕੀਤਾ ਸੀਗਾ। ਕਹਿੰਦੇ ਕੁਛ ਸਮਾਂ ਬਤੀਤ ਹੋਇਆ, ਇੱਕ ਭਾਵ ਕਿ ਸ਼ੂਦਰ ਦਾ ਲੜਕਾ ਜਿਹੜਾ ਉਹ ਮਰ ਗਿਆ, ਅਤੇ ਬ੍ਰਾਹਮਣ ਦਾ ਲੜਕਾ ਉਹ ਮਰ ਗਿਆ।
ਤੇ ਕਹਿੰਦੇ ਕਿ ਉਹ ਜਾ ਕੇ ਭਗਵਾਨ ਰਾਮਚੰਦਰ ਜੀ ਨੂੰ ਕਹਿੰਦਾ ਕਿ ਤੁਸੀਂ ਭਗਵਾਨ ਹੋ, ਤੁਸੀਂ ਇਹ ਪ੍ਰਣ ਕੀਤਾ ਸੀਗਾ ਕਿ ਕੋਈ ਵੀ ਨਹੀਂ ਮਰੇਗਾ ਜਿੰਨਾ ਚਿਰ ਮੈਂ ਤਖਤ 'ਤੇ ਬੈਠਾ ਹਾਂ, ਪਰ ਮੇਰਾ ਪੁੱਤਰ ਜਿਹੜਾ ਖਤਮ ਹੋ ਗਿਆ ਹੈ। ਕਹਿੰਦੇ ਕੀ ਕਾਰਨ ਹੈ? ਕਹਿੰਦੇ ਦੇਖੋ ਜਾ ਕੇ। ਤੇ ਉਹ ਬ੍ਰਾਹਮਣ ਕਹਿੰਦਾ ਕਿ ਸ਼ੂਦਰ ਭਗਤੀ ਕਰ ਰਿਹਾ ਹੈ। ਜਾ ਕੇ ਦੇਖਿਆ ਖੂਹ ਦੇ ਵਿੱਚ ਲਟਕ ਕੇ, ਕਹਿੰਦੇ ਨੀਵੀਂ ਜਾਤ ਦਾ ਭਗਤੀ ਕਰ ਰਿਹਾ ਹੈ, ਤਾਂ ਕਰਕੇ ਮਰਿਆ ਹੈ। ਤੇ ਉਹ ਰਾਮਚੰਦਰ ਜੀ ਨੇ ਉਹਨੂੰ ਤੀਰ ਮਾਰ ਕੇ ਖਤਮ ਕਰ ਦਿੱਤਾ ਸੀਗਾ। ਤਾਂ ਕਰਕੇ ਸਾਰੀਆਂ ਚੀਜ਼ਾਂ ਸਤਿਗੁਰਾਂ ਨੇ ਦਸੀਆਂ। ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਸਨ, ਤੇ ਸਤਿਗੁਰਾਂ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਪ੍ਰਣ ਕੀਤਾ ਸੀਗਾ ਕਿ ਜਿੰਨਾ ਚਿਰ ਮੈਂ ਗੁਰਤਾ ਗੱਦੀ 'ਤੇ ਬੈਠਾ ਹਾਂ, ਉਹਨਾਂ ਚਿਰ ਕੋਈ ਵੀ ਇਸ ਗੋਂਦਵਾਲ ਦੀ ਧਰਤੀ 'ਤੇ ਕੋਈ ਵੀ ਨਹੀਂ ਮਰੇਗਾ। ਐਸੀ ਹੀ ਕਿਰਪਾ ਹੋਈ ਸੀ। ਸਤਿਗੁਰੂ ਜੀ ਜਿੰਨਾ ਚਿਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਧਰਤੀ 'ਤੇ ਰਾਜ ਗੱਦੀ 'ਤੇ ਤਖਤ 'ਤੇ ਬੈਠੇ ਰਹੇ, ਉਹਨਾਂ ਚਿਰ ਕਿਸੇ ਦੀ ਵੀ ਉੱਥੇ ਮ੍ਰਿਤਿੂ ਨਹੀਂ ਹੋਈ ਸੀ। ਤਾਂ ਸਤਿਗੁਰੂ ਜੀ ਕਹਿੰਦੇ ਦੇਵੀ ਦੇਵਾ ਪੂਜਹਿ ਕਿਆ ਲੇਵਹਿ ਕਿਆ ਦੇ। ਕਿਉਂਕਿ ਸਤਿਗੁਰਾਂ ਨੇ ਕਿਹਾ ਸਾਰਿਆਂ ਦਾ ਹੀ ਸਤਿਕਾਰ ਕਰਨਾ ਹੈ, ਪਰ ਪੂਜਣਾ ਇੱਕ ਅਕਾਲ ਪੁਰਖ ਨੂੰ ਹੈ। ਉਸ ਅਕਾਲ ਪੁਰਖ ਨੂੰ ਜਿਹੜਾ ਰਾਮ ਰਮਿਆ ਹੋਇਆ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ। ਤਾਂ ਸਤਿਗੁਰਾਂ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੰਗ ਕਰਨ ਤੋਂ ਪਹਿਲਾਂ ਪਹਾੜੀ ਰਾਜਿਆਂ ਨੇ ਪੁੱਛਿਆ ਸੀਗਾ, ਤੁਸੀਂ ਜਿਹੜੀ ਮੂਰਤੀ ਅਸੀਂ ਪੂਜਾ ਕਰਦੇ ਹਾਂ, ਇਹਦਾ ਵਿਰੋਧਤਾ ਕਿਉਂ ਕਰਦੇ ਹੋ? ਤੇ ਸਤਿਗੁਰਾਂ ਨੇ ਕਿਹਾ ਪੱਥਰ ਦੇ ਵਿੱਚ ਕੁਛ ਨਹੀਂ ਹੈ। ਪੱਥਰ ਕੋ ਪਾਈ ਪਾਏ ਤਿਸਕੀ ਘਾਲ ਅਜਾਈ ਜਾਏ। ਕਹਿੰਦੇ ਪੱਥਰ ਦੇ ਉੱਤੇ ਜਿਹੜਾ ਤੁਸੀਂ ਪਾਣੀ ਪਾ ਰਹੇ ਹੋ, ਇਹਦੀ ਜਿਹੜੀ ਘਾਲਣਾ ਤੁਹਾਡੀ ਸੇਵਾ ਕੀਤੀ ਨਿਫਲ ਜਾ ਰਹੀ ਹੈ। ਤੁਸੀਂ ਰਮੇ ਹੋਏ ਰਾਮ ਨੂੰ ਜਪੋ। ਉਹ ਕਹਿੰਦੇ ਨਹੀਂ, ਅਸੀਂ ਮੂਰਤੀਆਂ ਹੀ ਰੱਖਣੀਆਂ ਨੇ। ਕਹਿੰਦੇ ਮੂਰਤੀਆਂ ਦੇ ਵਿੱਚ ਕੁਛ ਨਹੀਂ ਹੈ, ਰਮਿਆ ਹੋਇਆ ਜਿਹੜਾ ਰਾਮ, ਉਹਦੀ ਆਰਾਧਨਾ ਕਰੋ। ਸਤਿਗੁਰਾਂ ਨੇ ਜਦੋਂ ਇਹ ਗੱਲ ਕਹੀ ਤੇ ਉਦੋਂ ਹੀ ਪਹਾੜੀ ਰਾਜਿਆਂ ਦਾ ਸਤਿਗੁਰਾਂ ਦੇ ਨਾਲ ਵਿਰੋਧਤਾ ਹੋ ਗਈ ਸੀ ਕਿ ਸਾਨੂੰ ਆਪਣੇ ਧਰਮ ਤੋਂ ਗਿਰਾਉਂਦਾ ਹੈ। ਤੇ ਸਤਿਗੁਰਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਤੁਹਾਡੇ ਧਰਮ ਤੋਂ ਨਹੀਂ ਗਿਰਾਉਂਦਾ, ਤੁਹਾਨੂੰ ਰਮੇ ਹੋਏ ਜਿਹੜੇ ਰਾਮ ਦੇ ਨਾਲ ਜੋੜ ਰਿਹਾ ਹਾਂ। ਜਿਹੜਾ ਰਮਿਆ ਹੋਇਆ ਰਾਮ, ਜਿੱਥੋਂ ਇਹ ਆਤਮਾ ਆਈ ਤੇ ਜਾ ਕੇ ਫਿਰ ਮਿਲ ਜਾਵੇਗੀ। ਕਹਿੰਦੇ ਉਸ ਤੋਂ ਬਾਅਦ ਪਹਾੜੀ ਰਾਜ ਜਿਹੜੇ ਵਿਰੋਧਤਾ ਕਰਨ ਲੱਗ ਪਏ ਅਤੇ ਉੱਥੋਂ ਹੀ ਜੰਗ ਦਾ ਜਿਹੜਾ ਸਾਰਾ ਜਿਹੜਾ ਵਰਤਾਰਾ ਚੱਲਿਆ, ਕਿਵੇਂ ਕਿਵੇਂ ਹੋਇਆ। ਤਾਂ ਸਤਿਗੁਰੂ ਜੀ ਕਹਿੰਦੇ ਹੁਕਮੇ ਉੱਤਮ ਨੀਚ। ਕਹਿੰਦੇ ਜਿਹੜੇ ਹੁਕਮ ਦੇ ਵਿੱਚ ਹੀ ਜਿਹੜੇ ਲੋਕ ਮਾੜੇ ਕਰਮ ਕਰਦੇ ਨੇ, ਕੁਕਰਮ ਕਰਦੇ ਨੇ, ਕਹਿੰਦੇ ਉਹ ਵੀ ਉਹਦੇ ਹੁਕਮ ਦੇ ਵਿੱਚ ਨੇ। ਤੇ ਉੱਤਮ ਜਿਹੜੇ ਸੇਵਾ ਕਰਦੇ ਨੇ, ਚੰਗੇ ਕਰਮ ਕਰਦੇ ਨੇ, ਉਹ ਵੀ ਉਹਦੇ ਹੁਕਮ ਦੇ ਵਿੱਚ ਹੀ ਰਹਿੰਦੇ ਨੇ। ਜਿਵੇਂ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਤੇ ਸਿੱਧਾ ਨੇ ਸਵਾਲ ਕੀਤਾ, ਕਹਿੰਦੇ ਕਿ ਹੇ ਵਾਹਿਗੁਰੂ, ਤੁਸੀਂ ਕਹਿ ਰਹੇ ਹੋ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ, ਤੇ ਮਨੁੱਖ ਫਿਰ ਦੁੱਖ ਕਿਉਂ ਭੋਗ ਰਿਹਾ ਹੈ? ਜੇ ਉਹਦੇ ਹੁਕਮ ਦੇ ਵਿੱਚ ਹੈ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੁੰਦਾ ਹੈ, ਤੇ ਮਨੁੱਖ ਨੂੰ ਫਿਰ ਦੁੱਖ ਕਿਉਂ ਮਿਲਦੇ ਨੇ? ਕਿਉਂਕਿ ਉਹਦੇ ਹੁਕਮ ਦੇ ਵਿੱਚ ਨੇ। ਸਤਿਗੁਰਾਂ ਨੇ ਕਿਹਾ, ਕਹਿੰਦੇ ਜਿਹੜਾ ਮਨੁੱਖ ਹੈ ਇਹ ਆਪਦੇ ਕਰਮਾਂ ਦਾ ਦੁੱਖ ਭੋਗਦਾ ਹੈ, ਕਿ ਪਰਮਾਤਮਾ ਨਹੀਂ ਦੁੱਖ ਦਿੰਦਾ, ਇਹਨੂੰ ਪਰਮਾਤਮਾ ਸਿਰਫ ਫਲ ਦਿੰਦਾ ਹੈ। ਜਿਹੋ ਜਿਹਾ ਮਨੁੱਖ ਬੀਜ ਰਿਹਾ ਆਪਦਾ ਕਰਮ ਕਰਕੇ, ਉਹਦਾ ਫਲ ਮਨੁੱਖ ਨੂੰ ਮਿਲਦਾ ਹੈ। ਜੇ ਕਿੱਕਰ ਬੀਜਦਾ ਹੈ ਤੇ ਕਿੱਕਰ ਦਾ ਫਲ ਕੰਡੇ ਮਿਲਦੇ ਨੇ। ਜੇ ਭਾਵ ਕਿ ਲਾਖ ਦਾਖ ਬਜੋੜੀਆਂ ਬੀਜਦਾ ਹੈ, ਭਾਵ ਕਿ ਜਿਹੋ ਜਿਹਾ ਮਿੱਠੇ ਫਲਾਂ ਦੇ ਦਰਖਤ ਬੀਜਦਾ ਹੈ ਤੇ ਉਹਨੂੰ ਮਿੱਠੇ ਫਲ ਹੀ ਮਿਲਦੇ ਨੇ। ਜੇ ਚੰਗੇ ਕਰਮ ਬੀਜਦਾ ਹੈ ਤੇ ਚੰਗਾ ਹੀ ਭਾਵ ਕਿ ਫਲ ਮਿਲਦਾ ਹੈ। ਜੇ ਮਾੜੇ ਕਰਮ ਬੀਜਦਾ ਹੈ ਤਾਂ ਕਰਕੇ ਕਹਿੰਦੇ ਕਿ ਉਹਨੂੰ ਮਾੜਾ ਹੀ ਫਲ ਮਿਲਦਾ ਹੈ। ਹੁਕਮੀ ਲਿਖ ਦੁੱਖ ਸੁਖ ਪਾਈ ਹੈ। ਉਹਦੇ ਹੁਕਮ ਦੇ ਵਿੱਚ ਹੀ ਲਿਖਿਆ, ਭਾਵ ਕਿ ਜੋ ਕਰਮਾਂ ਦਾ ਲਿਖਿਆ ਮਨੁੱਖ ਦਾ ਮੱਥੇ ਉੱਤੇ ਲੇਖ ਲਿਖਿਆ ਗਿਆ, ਦੁੱਖ ਸੁਖ ਪਾਈ ਹੈ। ਜਿਹੋ ਜਿਹੇ ਉਸਨੇ ਕਰਮ ਬੀਜੇ ਉਹੋ ਜਿਹਾ ਹੀ ਉਹਨੂੰ ਮਿਲ ਜਾਂਦਾ ਹੈ। ਕਹਿੰਦੇ ਧ੍ਰਿਸ਼ਟ ਰਾਜਾ ਜਿਹੜਾ ਹੋਇਆ ਹੈ,
ਉਹਨੇ ਉਹਦੇ 100 ਦੇ 100 ਪੁੱਤਰ ਜਦੋਂ ਮਹਾਭਾਰਤ ਹੋਈ ਪਾਂਡਵਾਂ ਦੇ ਨਾਲ, ਉਹ ਮਾਰੇ ਗਏ ਸਾਰੇ। ਜਦੋਂ ਮਾਰੇ ਗਏ ਤੇ ਉਹਨੇ ਭਗਵਾਨ ਕ੍ਰਿਸ਼ਨ ਨੂੰ ਸਵਾਲ ਕੀਤਾ, ਕਹਿੰਦੇ ਕਿ ਮੇਰੇ ਪੁੱਤਰ ਕਿਉਂ ਮਾਰੇ ਗਏ ਨੇ, ਇਹ ਕਿਉਂ, ਕੀ ਕਾਰਨ ਹੋਇਆ? ਕਹਿੰਦੇ ਮੈਂ 105 ਜਨਮ ਤਾਈਂ ਆਪਦੀ ਤਪੱਸਿਆ ਦੇ ਨਾਲ ਵੇਖਿਆ ਹੈ, ਮੈਂ ਕੋਈ ਵੀ ਇਹੋ ਜਿਹਾ ਕੋਈ ਮਾੜਾ ਕਰਮ ਨਹੀਂ ਕੀਤਾ ਜਿਹਦਾ ਕਰਕੇ ਮੇਰੇ ਪੁੱਤਰ ਮਾਰੇ ਗਏ ਨੇ। ਤੇ ਉਹ ਭਗਵਾਨ ਕ੍ਰਿਸ਼ਨ ਕਹਿੰਦਾ ਕਿ ਠੀਕ ਹੈ, ਕਹਿੰਦੇ ਇੱਕ ਜਨਮ ਹੋਰ ਪਿੱਛੇ ਜਾ, 1 ਤੇ 2 ਭਾਵ ਕਿ 106 ਤੇ 107ਵੇਂ ਜਨਮ ਦੇ ਵਿੱਚ ਜਾ ਕੇ ਦੇਖ, ਫਿਰ ਤੈਨੂੰ ਪਤਾ ਲੱਗੇਗਾ। ਕਹਿੰਦੇ ਨਹੀਂ ਭਗਵਾਨ, ਮੇਰੀ 105 ਜਨਮ ਤਾਂ ਹੀ ਵੇਖਣ ਦੀ ਸਮਰੱਥਾ ਹੈ, ਪਿੱਛੇ ਇੰਨੀ ਪਾਵਰ ਨਹੀਂ ਹੈ। ਤੇ ਕਹਿੰਦੇ ਚਲੋ ਮੈਂ ਤੈਨੂੰ ਪਾਵਰ ਦਿੰਦਾ ਹਾਂ। ਕਹਿੰਦੇ ਜਦੋਂ ਪਾਵਰ ਦਿੱਤੀ ਉਹਨੂੰ, ਕਹਿੰਦੇ ਜਦੋਂ ਪਿੱਛੇ ਦੇਖਿਆ, ਕਹਿੰਦੇ ਵੇਖਦਾ ਹੈ ਕਿ ਮੈਂ ਪਿਛਲੇ ਜਨਮ ਦੇ ਵਿੱਚ ਵੀ ਬੜਾ ਵੱਡਾ ਰਾਜਾ ਸੀਗਾ, ਤਪੱਸਿਆ ਕਰਕੇ ਰਾਜ ਮਿਲਿਆ। ਕਿਉਂਕਿ ਕੋਈ ਵੀ ਮਨੁੱਖ ਵੱਡਾ ਹੁੰਦਾ ਹੈ, ਉਹਦੇ ਕੋਲ ਮਾਇਆ ਆਉਂਦੀ ਹੈ, ਧਨ ਦੌਲਤ ਆਉਂਦਾ ਹੈ, ਇਸ ਤਰ੍ਹਾਂ ਨਹੀਂ ਆਉਂਦਾ ਕਿ ਆਪਣੇ ਆਪ ਆ ਜਾਏ। ਇਹ ਤਪੱਸਿਆ ਕੀਤੀ ਹੁੰਦੀ ਹੈ ਪਿਛਲੇ ਜਨਮਾਂ ਦੀ, ਜਾਂ ਇਸ ਜਨਮ ਦੇ ਵਿੱਚ ਵੀ ਮਨੁੱਖ ਤਪੱਸਿਆ ਕਰਦਾ ਹੈ ਤੇ ਉਹਨੂੰ ਇਹ ਧਨ ਦੌਲਤ ਤੇ ਪਦਾਰਥ ਮਿਲਦੇ ਨੇ। ਭਾਵ ਕਿ ਰਾਜੋ ਨਰਕ, ਕਹਿੰਦੇ ਜਦੋਂ ਨਰਕ, ਜਦੋਂ ਸਾਰੀ ਮਾਇਆ ਚਲੇ ਜਾਂਦੀ ਹੈ, ਕਹਿੰਦੇ ਜਦੋਂ ਉਹਦੀ ਤਪੱਸਿਆ ਖਤਮ ਹੋ ਜਾਂਦੀ ਹੈ ਤੇ ਉਹਦਾ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ। ਜੇ ਗੁਰੂ ਦੀ ਕਿਰਪਾ ਹੋਵੇ, ਰੱਬ ਦੀ ਕਿਰਪਾ ਹੋਵੇ, ਜੇ ਉਹ ਮਨੁੱਖ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਜਾਪ ਪ੍ਰਭੂ ਦਾ ਸਿਮਰਨ ਕਰਦਾ ਰਵੇ, ਕਹਿੰਦੇ ਉਹ ਫਿਰ ਘਟਦਾ ਨਹੀਂ ਕਦੇ। ਜਦੋਂ ਘਟਣਾ ਸ਼ੁਰੂ ਹੋ ਜਾਂਦਾ ਹੈ, ਕਹਿੰਦੇ ਉਹਦੀ ਪਿਛਲੀ ਤਪੱਸਿਆ ਜਿਹੜੀ ਹੈ ਹੁਣ ਉਹ ਖਤਮ ਹੋ ਰਹੀ ਹੈ, ਅੱਗੇ ਉਹ ਨਾਪ ਨਹੀਂ ਜਪ ਰਿਹਾ। ਤੇ ਕਹਿੰਦੇ ਧ੍ਰਿਸ਼ਟਰਾਸ਼ਟਰ ਨੇ ਜਦੋਂ ਇਹ ਸਵਾਲ ਕੀਤਾ ਕਿ ਪਿੱਛੇ ਦੇਖਿਆ, ਕਹਿੰਦੇ ਪਿਛਲੇ ਜਨਮ ਦੇ ਵਿੱਚ ਵੀ ਰਾਜ ਕਰਦਾ ਸੀਗਾ, ਕਹਿੰਦੇ ਜ਼ਿਆਦਾ ਮੀਂਹ ਪੈਣ ਕਰਕੇ ਜਿਹੜਾ ਇਹ ਸ਼ਿਕਾਰ ਖੇਡ ਕੇ ਖਾਂਦਾ ਸੀਗਾ, ਜ਼ਿਆਦਾ ਮੀਂਹ ਪੈਣ ਕਰਕੇ ਇਹਦੇ ਵਜ਼ੀਰਾਂ ਨੇ ਅੱਜ ਸ਼ਿਕਾਰ ਨਹੀਂ ਲਿਆਂਦਾ। ਪੁੱਛਿਆ ਕੀ ਕਾਰਨ? ਕਹਿੰਦੇ ਮੀਂਹ ਬਹੁਤ, ਬਰਸਾਤ ਬਹੁਤ ਹੋ ਰਹੀ ਹੈ, ਸ਼ਿਕਾਰ ਮਿਲਣਾ ਨਹੀਂ ਹੈ। ਤੇ ਉਹਨਾਂ ਵਜ਼ੀਰਾਂ ਨੇ ਕੀ ਕੀਤਾ, ਉਹਦੇ ਮਹਿਲ ਦੇ ਵਿੱਚ 2 ਹੰਸ ਰਹਿੰਦੇ ਸਨ। ਉਹ ਹੰਸ ਜਿਹੜੇ ਆਪਣੇ ਬੱਚੇ ਭਾਵ ਕਿ ਆਂਡੇ ਦੇ ਕੇ ਗਏ ਸਨ, ਉਹ ਤੇ ਛੋਟੇ ਛੋਟੇ ਬੱਚੇ ਸਨ। ਤੇ ਉਹ ਹੰਸ ਉੱਡ ਕੇ ਮਾਨ ਸਰੋਵਰ 'ਤੇ ਚਲੇ ਗਏ। ਤੇ ਕਹਿੰਦੇ ਉਹ ਬੱਚੇ ਜਿਹੜੇ ਰਾਜ ਮਹਿਲ ਦੇ ਵਿੱਚ ਰਹਿ ਰਹੇ ਸਨ ਕਿਸੇ ਤਰੀਕੇ ਨਾਲ, ਉਹਨਾਂ ਵਜ਼ੀਰਾਂ ਨੇ ਵੇਖਿਆ ਕਿ ਆ ਹੰਸਾਂ ਦੇ ਬੱਚੇ ਨੇ, ਅੱਜ ਰਾਜਨ ਨੂੰ ਇਹ ਖਵਾਉਂਦੇ ਹਾਂ ਵੱਢ ਕੇ। ਕਹਿੰਦੇ ਕਿ ਇੱਕ ਬੱਚਾ ਜਿਹੜਾ ਹੰਸਾਂ ਦਾ ਵੱਢ ਕੇ ਰਾਜੇ ਨੂੰ ਜਦੋਂ ਖਵਾਇਆ, ਧ੍ਰਿਸ਼ਟਰਾਸ਼ਟਰ ਨੂੰ, ਪਿਛਲੇ ਜਨਮ ਦੇ ਵਿੱਚ, ਕਹਿੰਦੇ ਜਦੋਂ ਖਾ ਲਿਆ ਇਹਨੂੰ ਬੜਾ ਸਵਾਦ ਲੱਗਿਆ। ਉਹ ਮਾਸ ਸਵਾਦ ਲੱਗਿਆ, ਕਹਿੰਦਾ ਕਿ ਮੈਨੂੰ ਇਹੋ ਹੀ ਲਿਆ ਕੇ ਦਿਆ ਕਰੋ, ਹੋਰ ਨਾ ਮਾਸ ਲਿਆਇਓ। ਕਹਿੰਦੇ ਉਹਨਾਂ ਅਹਿਲਕਾਰਾਂ ਨੇ, ਵਜ਼ੀਰਾਂ ਨੇ ਰੋਜ਼ ਇੱਕ ਵੱਢ ਦਿਆ ਕਰਨਾ ਤੇ ਉਹਨੇ ਖਾ ਲਿਆ ਕਰਨਾ। 100 ਦੇ 100 ਬੱਚੇ ਜਿਹੜੇ ਸਨ ਹੰਸਾਂ ਦੇ, ਉਹਨੇ ਖਾ ਲਏ ਰੋਜ਼ ਕਰਕੇ, ਇੱਕ ਇੱਕ ਕਰਕੇ। ਜਦੋਂ ਖਾਧੇ, ਖਾਣ ਤੋਂ ਬਾਅਦ ਤੇ ਜਦੋਂ ਉਹ ਹੰਸ ਜਦੋਂ ਵਾਪਸ ਮੁੜੇ, ਦੇਖਿਆ ਆਣ ਕੇ, ਕਿਉਂਕਿ ਹਰੇਕ ਦੇ ਵਿੱਚ ਆਤਮਾ ਹੁੰਦੀ ਹੈ, ਦੁੱਖ ਲੱਗਦਾ ਹੈ। ਕਹਿੰਦੇ ਜਦੋਂ ਹੰਸ ਮੁੜੇ, ਉਹਨਾਂ ਦੇ ਮਨ ਦੇ ਵਿੱਚ ਬੜਾ ਦੁੱਖ ਹੋਇਆ, ਸਾਡੇ ਪੁੱਤ ਕਿੱਥੇ ਗਏ ਨੇ, ਸਾਡੇ ਬੱਚੇ ਕਿੱਧਰ ਗਏ ਨੇ। ਉਹ ਜਦੋਂ ਹੱਡੀਆਂ ਖਿਲਰੀਆਂ ਵੇਖੀਆਂ ਹੰਸਾਂ ਨੇ, ਉਹਨਾਂ ਨੇ ਸਰਾਪ ਦੇ ਦਿੱਤਾ, ਜਿਵੇਂ ਅਸੀਂ ਪੁੱਤਾਂ ਦਾ ਵਿਜੋਗ ਕਰਕੇ ਰੋ ਰਹੇ ਹਾਂ, ਇਸੇ ਤਰ੍ਹਾਂ ਜਿੰਨਾ ਇਹ ਕੰਮ ਕੀਤਾ ਉਹ ਵੀ ਰੋਵੇਗਾ। ਕਹਿੰਦੇ ਜਦੋਂ ਪਿਛਲਾ, ਜਦੋਂ ਧ੍ਰਿਸ਼ਟਰਾਸ਼ਟਰ ਦਾ ਜਨਮ ਆਇਆ, ਉਹ ਭਗਵਾਨ ਕ੍ਰਿਸ਼ਨ ਨੇ ਉਹਨੂੰ ਦਿਖਾਇਆ, ਤੂੰ ਜਿਹੜੇ 100 ਪੁੱਤ ਖਾਧੇ ਸਨ ਪਾਪ ਕਰਕੇ, ਉਹਦਾ ਫਲ ਤੈਨੂੰ ਇਹ ਨਤੀਜਾ ਬਣਿਆ ਹੈ। ਇਹ ਇਸੇ ਤਰ੍ਹਾਂ ਹੀ ਹੋਣਾ ਸੀਗਾ, ਤੇਰੇ ਪੁੱਤਰ ਮਰਨੇ ਸੀ, ਪਾਂਡਵਾਂ ਨੂੰ ਰਾਜ ਮਿਲਣਾ ਸੀਗਾ। ਤੇ ਫਿਰ ਉਹਨੇ ਦੂਸਰਾ ਸਵਾਲ ਕੀਤਾ, ਕਹਿੰਦੇ ਕਿ ਮੈਂ ਅੰਨਾ ਕਿਉਂ ਹਾਂ ਫਿਰ, ਤੇ ਮੈਂ ਇਹ ਜਨਮ ਵੇਖਿਆ ਪਿੱਛੇ, ਮੈਂ ਕੋਈ ਪਾਪ ਐਸਾ ਨਹੀਂ ਕੀਤਾ ਤੇ ਅੰਨਾ ਕਿਉਂ ਹੋ ਗਿਆ ਫਿਰ? ਚਲੋ ਪੁੱਤਰ ਮੇਰੇ ਮਾਰੇ ਗਏ ਇਸ ਕਰਮ ਕਰਕੇ, ਤੇ ਮੈਂ ਅੰਨਾ ਕਿਉਂ ਹੋ ਗਿਆ ਹਾਂ? ਜਦੋਂ ਅੰਨੇ ਦੀ ਗੱਲ ਕੀਤੀ, ਕਹਿੰਦੇ ਇੱਕ ਜਨਮ ਹੋਰ ਪਿੱਛੇ ਚੱਲ, ਤੈਨੂੰ ਦਿਖਾਉਂਦੇ ਹਾਂ। ਕਹਿੰਦੇ ਜੋ ਭਗਵਾਨ ਕ੍ਰਿਸ਼ਨ ਨੇ 107ਵਾਂ ਜਨਮ ਦਿਖਾਇਆ, ਉਹਦੇ ਵਿੱਚ ਭਾਵ ਕਿ ਇਹਦੀ ਹੌਲੀ ਉਮਰ ਹੈ,
ਨੌਜਵਾਨ ਹੈ। ਕਹਿੰਦੇ ਰਾਜਾ ਹੈ ਪਿਛਲੇ ਜਨਮ ਦੇ ਵਿੱਚ ਵੀ, ਤੇ ਨੌਜਵਾਨ ਉਮਰ ਹੋਣ ਕਰਕੇ ਕਹਿੰਦੇ ਇੱਕ ਟਿੱਡਾ ਸੀ। ਟਿੱਡਾ ਉਹ ਭਾਵ ਕਿ ਦਰਖਤ ਤੇ ਬੈਠਾ ਹੋਇਆ ਸੀ ਫੁੱਲਾਂ ਤੇ, ਤੂੰ ਉਹਨੂੰ ਫੜ ਕੇ ਕੰਡੇ ਦੀ ਸੂਲ ਲੈ ਕੇ ਉਹਦੀਆਂ ਅੱਖਾਂ ਦੇ ਵਿੱਚ ਪਾ ਕੇ ਘੁਮਾ ਰਿਹਾ ਸੀਗਾ। ਉਹਦੀ ਇਸ ਤਰ੍ਹਾਂ ਮੌਤ ਹੋ ਗਈ, ਇਸ ਕਰਕੇ ਤੈਨੂੰ ਉਹਦਾ ਪਾਪ ਲੱਗਾ ਹੈ, ਤੂੰ ਤਾਂ ਅੰਨਾ ਹੋਇਆ ਹੈ। ਕਹਿੰਦਾ ਫਿਰ ਕਿ ਮੈਨੂੰ ਪਹਿਲਾਂ ਕਿਉਂ ਨਹੀਂ ਇਹ ਪਾਪਾਂ ਦਾ ਫਲ ਮਿਲਿਆ, ਹੁਣ ਕਿਉਂ ਮਿਲਿਆ ਹੈ ਇੰਨੇ ਜਨਮਾਂ ਤੋਂ ਬਾਅਦ? ਤੇ ਉਹ ਕਹਿੰਦੇ ਕਿ ਤੇਰੀ ਤਪੱਸਿਆ ਬੜੀ ਸੀ, ਤੇਰਾ ਜਪ ਤਪ ਬਹੁਤ ਸੀਗਾ, ਉੱਥੋਂ ਤਾਈਂ ਉਹ ਅਵਸਥਾ ਨਹੀਂ ਬਣ ਰਹੀ ਸੀ ਕਿ ਤੇਰਾ ਪਾਪ ਕਰਮ ਸੀ ਉਹ ਦੱਬਿਆ ਹੋਇਆ ਸੀਗਾ। ਤੇਰਾ ਪਾਪ ਕਰਮ ਜਦੋਂ ਪਾਂਡਵਾਂ ਕਰਕੇ ਤੂੰ ਦ੍ਰੋਪਦੀ ਦੀ ਤੇਰੇ ਰਾਜ ਦੇ ਵਿੱਚ ਇੱਜ਼ਤ ਲੁੱਟੀ ਗਈ, ਕਈ ਕੁਛ ਹੋਇਆ, ਤੁਸੀਂ ਜੁਆਰੀ ਹੋ ਗਏ, ਜੂਆ ਖੇਡਣ ਲੱਗ ਪਏ, ਸ਼ਰਾਬਾਂ ਪੀਣ ਲੱਗ ਪਏ। ਕਹਿੰਦੇ ਉਹ ਜਿਹੜਾ ਤੇਰਾ ਜਪ ਤਪ ਕੀਤਾ ਹੋਇਆ ਸੀ ਰਾਜ ਦੇ ਵਿੱਚ ਉਹ ਖਤਮ ਹੋ ਗਿਆ, ਅਤੇ ਉਹ ਤੇਰਾ ਪਾਪ ਕਰਮ ਉਹ ਉਗਲ ਕੇ ਆਇਆ ਹੈ। ਕਹਿੰਦੇ ਇਸ ਕਰਕੇ ਤੈਨੂੰ ਇਹ ਸਜ਼ਾ ਮਿਲੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਲਿਖ ਦੁੱਖ ਸੁੱਖ ਪਾਈ ਹੈ। ਕਹਿੰਦੇ ਕਰਮਾਂ ਦਾ ਲਿਖਿਆ ਹੋਇਆ ਹੀ ਮਨੁੱਖ ਜਿਹੜਾ ਹੈ ਦੁੱਖ ਅਤੇ ਸੁੱਖ ਪਾਉਂਦਾ ਹੈ। ਪਾਈ ਹੈ, ਹੁਣ ਇੱਥੇ ਆਪਾਂ ਕਈ ਵਾਰ ਪੜ੍ਹ ਜਾਂਦੇ ਹਾਂ ਪਾਈ ਹੈ, ਪਰ ਇੱਥੇ ਸਤਿਗੁਰਾਂ ਨੇ ਕਿਹਾ ਇਸ ਨੂੰ ਇਸ ਤਰ੍ਹਾਂ ਬੋਲਣਾ ਹੈ, ਪਾਈ ਹੈ, ਕਿ ਹਾਹਾ ਲਾ ਕੇ ਬੋਲਣਾ ਹੈ। ਹਾਹੇ ਦਾ ਮਤਲਬ ਵੀ ਬਹੁਤ ਵੱਡਾ ਹੈ ਕਿ ਮਨੁੱਖ ਆਪਦੇ ਲਿਖੇ ਜਿਹੜੇ ਕਰਮ ਮੱਥੇ 'ਤੇ ਲੇਖ ਲਿਖੇ ਨੇ ਉਹਦਾ ਹੀ ਦੁੱਖ ਅਤੇ ਸੁੱਖ ਪਾਉਂਦਾ ਹੈ। ਸੁੱਖ ਉਹਨੂੰ ਰਾਜ ਮਿਲਦਾ ਹੈ, ਤਪੱਸਿਆ ਕੀਤੀ ਹੁੰਦੀ ਹੈ, ਉਹਦੇ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਹੈ। ਦੁੱਖ ਵੀ ਉਹਦਾ ਤਾਂ ਹੈ ਉਹਨੇ ਪਾਪ ਕੀਤੇ ਹੁੰਦੇ ਨੇ ਤਾਂ ਉਹ ਭੋਗਦਾ ਹੈ। ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ, ਕਿਉਂਕਿ ਗੁਰੂ ਨਾਨਕ ਦਾ ਘਰ ਹੀ ਐਸਾ ਹੈ ਕਿ ਇਹਦੇ ਜਿਹੜੇ ਸਾਡੇ ਪਾਪ ਕਰਮ ਪਿਛਲੇ ਜਨਮਾਂ ਦੇ ਕੀਤੇ ਹੋਏ ਵੀ ਕਿਵੇਂ ਮਿਟ ਸਕਦੇ ਨੇ। ਅਤੇ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬੈਠੇ ਸਨ, ਇੱਕ ਰਾਜਾ ਆਇਆ ਸੀਗਾ, ਉਹਨੇ ਵੀ ਆਣ ਕੇ ਸਵਾਲ ਕੀਤਾ। ਸਤਿਗੁਰੂ ਜੀ ਕਥਾ ਕਰ ਰਹੇ ਸਨ ਕਿ ਜੋ ਮਨੁੱਖ ਦਾ ਲਿਖਿਆ ਉਹ ਹੀ ਭੋਗਦਾ ਹੈ। ਅਤੇ ਉਹਨੇ ਕਿਹਾ ਕਿ ਜੇ ਲਿਖਿਆ ਹੋਇਆ ਹੀ ਭੋਗਣਾ ਹੈ ਅਤੇ ਸਤ ਸੰਗਤ ਕਰਨ ਦਾ, ਨਾਮ ਜਪਣ ਦਾ ਇਹਦਾ ਕੀ ਲਾਭ ਹੈ? ਫਿਰ ਉਹਨਾਂ ਸਤਿਗੁਰਾਂ ਨੇ ਕਿਹਾ ਇਹ ਹੁਣ ਤੈਨੂੰ ਦੱਸਣ ਦਾ ਸਮਾਂ ਨਹੀਂ, ਤੂੰ ਜਦੋਂ ਕੱਲ੍ਹ ਨੂੰ ਮੇਰੇ ਕੋਲ ਆਈ ਸਾਰਾ ਹੀ ਵਰਤਾਰਾ ਤੇਰੇ ਨਾਲ ਹੋਵੇਗਾ, ਉਹ ਤੂੰ ਵੇਖ ਲਈ ਅਤੇ ਫਿਰ ਤੇਰੇ ਨਾਲ ਗੱਲ ਕਰਾਂਗੇ। ਕਹਿੰਦੇ ਉਹ ਸਤਿਗੁਰਾਂ ਨੇ ਉਸ ਰਾਜੇ ਨੂੰ ਰਾਤ ਦਿਖਾਇਆ। ਉਹ ਭਾਵ ਕਿ ਭਿਖਾਰੀ ਹੋ ਚੁੱਕਿਆ ਸੀਗਾ, ਸੁਪਨੇ ਦੇ ਵਿੱਚ ਉਹ ਭੀਖ ਮੰਗ ਰਿਹਾ ਸੀਗਾ, ਉਹਦੇ ਕੱਪੜੇ ਪਾਟ ਗਏ, ਪਰਿਵਾਰ ਦਾ ਕੋਈ ਜੀ ਰਿਹਾ ਨਾ। ਕਹਿੰਦੇ ਇਹੋ ਜਿਹੀ ਜਗ੍ਹਾ 'ਤੇ ਚਲੇ ਗਿਆ ਮਾਰੂ ਥਲ ਦੇ ਵਿੱਚ, ਇਹਨੂੰ ਪਿਆਸ ਲੱਗੀ ਹੋਈ ਹੈ। ਕਹਿੰਦੇ ਕਿ ਉੱਥੇ ਰੋਟੀ ਮੰਗਦਾ ਹੈ, ਰੋਟੀ ਨਹੀਂ ਮਿਲਦੀ, ਐਸਾ ਬੁਰਾ ਹਾਲ ਹੋ ਗਿਆ ਇਹਦਾ। ਅਤੇ ਜਦੋਂ ਇੱਕਦਮ ਉੱਠਿਆ, ਜਾਗ ਖੁੱਲ੍ਹੀ, ਵੇਖ ਕੇ ਡਰ ਗਿਆ ਕਿ ਮੈਂ ਤਾਂ ਤਖਤ 'ਤੇ ਲੰਮੇ ਪਿਆ ਹੋਇਆ ਹਾਂ, ਇਹ ਕਿਹੋ ਜਿਹਾ ਵਰਤਾਰਾ ਹੋਇਆ ਹੈ। ਅਤੇ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਪੁੱਛਿਆ ਇਹ ਮੇਰੇ ਨਾਲ ਇਹ ਕਿਉਂ ਹੋਇਆ ਹੈ? ਤੇ ਹੋਇਆ ਹੈ, ਕਹਿੰਦੇ ਹੇ ਰਾਜਨ, ਤੂੰ ਜਿਹੜਾ ਜਪ ਤਪ ਕਰਦਾ ਹੈ ਪਿਛਲੇ ਜਨਮ ਦਾ ਵੀ ਜਪ ਤਪ ਕੀਤਾ ਹੈ ਰਾਜਨ, ਜਿਵੇਂ ਹੁਣ ਤੂੰ ਆਣ ਕੇ ਇੱਥੇ ਸਤ ਸੰਗਤ ਕਰ ਰਿਹਾ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ, ਇਹ ਘਰ ਇਹੋ ਜਿਹਾ ਹੈ ਕਰਮ ਕੱਟ ਦਿੰਦਾ ਹੈ। ਹੇ ਰਾਜਨ, ਇਹ ਸਮਾਂ ਇਹ ਵਰਤਾਰਾ ਤੇਰੇ ਨਾਲ ਹੁਣ ਵਰਤਣਾ ਸੀ, ਇਸ ਰਾਜ ਦੇ ਵਿੱਚ ਤੂੰ ਭਿਖਾਰੀ ਹੋ ਜਾਣਾ ਸੀ। ਤਾਂ ਸਤਿਗੁਰਾਂ ਨੇ ਕਿਹਾ ਕਿ ਤੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਆਇਆ ਹੈ, ਉਹ ਤੇਰਾ ਕਰਮ ਜਿਹੜਾ ਉਹ ਕੱਟਿਆ ਗਿਆ ਸੁਪਨੇ ਦੇ ਵਿੱਚ, ਤੂੰ ਹੁਣ ਤਾਂ ਰਾਜ ਕਰ ਰਿਹਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਸੁੱਖ ਅਤੇ ਜਿਹੜਾ ਦੁੱਖ ਹੈ ਉਹਦੇ ਕਰਮਾਂ ਦਾ ਕਰਕੇ ਮਨੁੱਖ ਜਿਹੋ ਜਿਹੇ ਕਰਮ ਕਰਦਾ ਉਹੋ ਜਿਹਾ ਫਲ ਪਾਉਂਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਘਰ ਹੈ। ਭਾਵਨਾ ਅਤੇ ਪ੍ਰੇਮ ਦੇ ਨਾਲ ਆਪਾਂ ਜਦੋਂ ਆਣ ਕੇ ਦਰਸ਼ਨ ਕਰੀਏ ਸਤਿਗੁਰਾਂ ਦੇ, ਜਿਹੜੇ ਸਾਡੇ ਕਰਮ ਨੇ, ਸਾਡੇ ਲੇਖ ਨੇ, ਉਹ ਮਿਟਣੇ ਸ਼ੁਰੂ ਹੋ ਜਾਂਦੇ ਨੇ। ਐਸੀ ਕਿਰਪਾ ਕਰਦੇ ਨੇ। ਆਪਾਂ 2 ਪੰਕਤੀਆਂ ਦੀ ਵਿਚਾਰ ਕੀਤੀ, ਫਿਰ ਕੱਲ੍ਹ ਨੂੰ ਹੋਰ ਜਿਹੜੀਆਂ ਅਗਲੀਆਂ ਪੰਕਤੀਆਂ ਦੀ ਵਿਚਾਰ ਕਰਾਂਗੇ। ਆਓ ਜਿਹਦੀ ਆਪਾਂ ਵਿਚਾਰ ਕਰ ਰਹੇ ਹਾਂ 2 ਮਿੰਟ ਵਾਸਤੇ ਆਪਾਂ ਉਹ ਸਿਮਰਨ ਕਰੀਏ ਅਤੇ ਵਾਹਿਗੁਰੂ ਸਾਡੇ 'ਤੇ ਕਿਰਪਾ ਕਰੇ। ਆਪਾਂ ਸਿਮਰਨ ਜਦੋਂ ਕਰਦੇ ਹਾਂ ਘਰ ਦੇ ਵਿੱਚ ਵੀ ਕਰਿਆ ਕਰੋ, ਇਹ ਬਹੁਤ ਜ਼ਰੂਰੀ ਹੈ। ਭਾਵੇਂ 5 ਮਿੰਟ ਹੀ ਲਾਇਆ ਕਰੋ। ਜਦੋਂ ਆਪਾਂ
ਵਾਹਿਗੁਰੂ ਕਰਨ ਦਾ ਦੱਸਿਆ ਵੀ ਜਾਂਦਾ ਹੈ ਕਿਸ ਤਰ੍ਹਾਂ ਕਰਨਾ ਹੈ। ਜਿਵੇਂ ਆਪਾਂ ਇੱਕ ਬੋਲਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਗਲੇ ਦੇ ਵਿੱਚ ਹੈ। ਇੱਕ ਆਪਾਂ ਜਿਵੇਂ ਬੋਲਦੇ ਹਾਂ ਵਾਹਿਗੁਰੂ, ਢਿੱਡ ਦੇ ਵਿੱਚ ਆਵਾਜ਼ ਨਿਕਲਦੀ ਹੈ। ਕਹਿੰਦੇ ਇਸ ਤਰ੍ਹਾਂ ਬੋਲਣ ਦੇ ਨਾਲ ਛੇਤੀ ਕਿਰਪਾ ਹੋ ਜਾਂਦੀ ਹੈ। ਜਦੋਂ ਹਿਰਦੇ ਦੇ ਵਿੱਚ ਕਰੀਦਾ ਹੈ, ਅੰਦਰੋਂ ਰਾਗ ਦਵੈਸ਼ ਈਰਖਾ ਸਾਰੀਆਂ ਚੀਜ਼ਾਂ ਹੌਲੀ ਹੌਲੀ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਮੋਹ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਆਪਾਂ ਸੰਸਾਰ ਦੇ ਵਿੱਚ ਰਵਾਂਗੇ ਪਰ ਚੀਜ਼ਾਂ ਦੇ ਨਾਲ ਮੋਹ ਨਹੀਂ ਹੋਊਗਾ। ਜ਼ਰੂਰਤਮੰਦ ਉਹਨਾਂ ਨੂੰ ਵਰਤਾਂਗੇ, ਉਹ ਮੋਹ ਜਿਹੜਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦੀ ਛੇਤੀ ਪ੍ਰਾਪਤੀ ਹੁੰਦੀ ਹੈ। ਆਓ ਆਪਾਂ 2 ਮਿੰਟ ਵਾਹਿਗੁਰੂ ਸਿਮਰਨ ਕਰੀਏ ਅਤੇ ਸਮਾਪਤੀ ਕਰੀਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ।
ਵਾਹਿਗੁਰੂ। ਚੜ੍ਹਦੀ ਕਲਾ।